नियाज अहमद दयाल साहब मेडिकल फार्मिस्ट हैं ये जी। और बहुत अच्छा सब्जियों और फलों के बारे में बताते हैं, उनकी ग़िज़ाइयत के बारे और में उनसे इलाज भी फिंगर बताते हैं। अपना हैंड प्रिंट्स लेके दयाल साहब अपना ये आंदे ने जी रोज़ एक फल या सब्जी के बारे दसते हैं ਉਹਦੇ फायदे और इस्तेमाल करने का बेहतरीन तरीका। ਅੱਜ ਕੀ ਕਹੋਗੇ ਜੀ? ਅੱਜ ਅਸੀਂ ਜੀ ਜੋੜਾਂ ਦੇ ਮੌਜੂਦ ਤੇ ਗੱਲ ਕਰਾਂਗੇ। ਜੋੜਾਂ ਦਾ ਦਰਦ ਜਿਹੜਾ ਹੁੰਦਾ ਜੀ ਜੀ ਕੁਛ ਨਾਜ਼ਰੀਨ ਦੀ ਤਰਫੋਂ ਇਹ ਕਿਹਾ ਗਿਆ ਹੈ ਅੱਛਾ ਕਿ ਅਸੀਂ ਦੂਸਰੀਆਂ ਚੀਜ਼ਾਂ ਤੇ ਦੂਸਰੀਆਂ ਬਿਮਾਰੀਆਂ ਤੇ ਬੋਲ ਰਹੇ ਹਾਂ ਤਾਂ ਅੱਜ ਅਸੀਂ ਜੋੜਾਂ ਦਾ ਦਰਦ ਜਿਹੜਾ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਜੋੜਾਂ ਦਾ ਦਰਦ ਉਹਦੀਆਂ ਕਈ ਕਿਸਮਾਂ ਨੇ ਜੀ, ਜਿਹਦੇ 'ਚੋਂ ਅਥਰਾਈਟਸ ਜਿਹਨੂੰ ਅਸੀਂ ਵਜਲ ਮੁਫਾਸਲ, ਇਹ ਬੜੇ ਜੋੜਾਂ ਦਾ ਦਰਦ ਹੁੰਦਾ ਹੈ। ਜਿਸ ਤਰ੍ਹਾਂ ਗੋਡਾ ਹੋ ਗਿਆ, ਗਿੱਟਾ ਹੋ ਗਿਆ, ਕੁੱਲਾ ਹੋ ਗਿਆ। ਨਕਰਸ ਜਿਹੜਾ ਹੁੰਦਾ ਹੈ ਉਹਨੂੰ ਇੰਗਲਿਸ਼ ਗਾਊਟ ਵੀ ਕਿਹਾ ਜਾਂਦਾ ਹੈ। ਇਹ ਛੋਟੇ ਜੋੜਾਂ ਦਾ ਦਰਦ ਹੁੰਦਾ ਹੈ। ਉਂਗਲੀਆਂ ਦੇ ਤੇ ਛੋਟੇ ਜੋੜਾਂ ਦਾ ਦਰਦ ਹੁੰਦਾ ਹੈ। ਅੱਛਾ, ਇਹਦੇ 'ਚ ਇੱਕ ਅਜੀਬ ਗੱਲ ਇਹ ਵੇ ਕਿ ਅਥਰਾਈਟਿਸ ਜਿਹੜਾ ਹੈ ਇਹ ਜ਼ਿਆਦਾ ਖਵਾਤੀਨ ਦਾ ਮਰਜ਼ ਹੁੰਦਾ ਹੈ ਤੇ ਗਾਊਟ ਜਿਹੜਾ ਹੈ ਜ਼ਿਆਦਾ ਮਰਦਾਂ 'ਚ ਪਾਇਆ ਜਾਂਦਾ ਹੈ। अच्छा, ਵਾਹ ਜੀ ਵਾਹ। ਜੋੜਾਂ ਦਾ ਦਰਦ ਜਿਹੜਾ ਹੈ ਇਹਦੀ ਵਜ੍ਹਾ ਜਿਹੜੀ ਸਭ ਤੋਂ ਜ਼ਿਆਦਾ ਵਜ੍ਹਾ ਤੇ ਯੂਰਿਕ ਐਸਿਡ ਹੈ। यूरिक एसिड यूरिक जिसका एसिड, हाई ਘਟਣਾ ਜਾਂ ਵਧਣਾ? ਯੂਰਿਕ ਐਸਿਡ ਦਾ ਜ਼ਿਆਦਾ ਹੋ ਜਾਣਾ। ਯੂਰਿਕ ਐਸਿਡ ਜਦੋਂ ਵੱਧ ਜਾਂਦਾ ਲੇਕਿਨ ਅਸੀਂ ਦੇਖਦੇ ਹਾਂ ਕਿ ਯੂਰਿਕ ਐਸਿਡ ਜ਼ਿਆਦਾ ਕਿਉਂ ਹੁੰਦਾ ਹੈ। ਉਹਦੀ ਵਜ੍ਹਾ ਬਣਦੀ ਜੇ ਮੈਦੇ ਦੀ ਖਰਾਬੀ, ਅੱਛਾ ਕਿਉਂਕਿ ਮੈਦੇ ਦੇ ਅੰਦਰ ਉਹ ਐਂਜ਼ਾਈਮ ਜਿਹੜੇ ਗ਼ਜ਼ਾ ਨੂੰ ਹਜ਼ਮ ਕਰਕੇ ਜਿਸਮ ਦੇ तमाम ਹਿੱਸੇ ਤੱਕ ਪਹੁੰਚਾਉਂਦੇ ਨੇ। ਠੀਕ ਹੈ ਜੀ। ਜਦੋਂ ਮੈਦਾ ਗ਼ਜ਼ਾ ਨੂੰ ਸਹੀ ਤਰੀਕੇ ਹਜ਼ਮ ਨਹੀਂ ਕਰੇਗਾ, ਗ਼ਜ਼ਾਈ ਅਜਜ਼ਾ ਜਿਹੜੇ ਨੇ ਉਹ ਸਹੀ ਤਰੀਕੇ ਨਾਲ ਡਾਈਜੈਸਟ ਹੋ ਕੇ ਜਿਸਮ ਦਾ ਹਿੱਸਾ ਨਹੀਂ ਬਣਨਗੇ ਤੇ ਫਿਰ ਉਹਦੇ ਅੰਦਰ ਯੂਰਿਕ ਐਸਿਡ ਜਿਹੜਾ ਹੁੰਦਾ ਹੈ, ਕਿਉਂਕਿ ਗੁਰਦੇ ਜਿਹੜੇ ਨੇ ਪੂਰੇ ਜਿਸਮ ਦੀਆਂ ਛੱਲੀਆਂ ਨੇ, ਜਿਹੜੇ ਵੀ ਨੁਕਸਾਨਦੇਹ ਮਾਦੇ ਨੇ ਉਹਨਾਂ ਨੂੰ ਗੁਰਦੇ ਫਿਲਟਰ ਕਰਕੇ ਪਿਸ਼ਾਬ ਦੇ ਰਸਤੇ ਬਾਹਰ ਕੱਢ ਛੱਡਦੇ ਨੇ। ਠੀਕ ਹੈ। ਜਦੋਂ ਮੈਦਾ ਗ਼ਜ਼ਾ ਹਜ਼ਮ ਨਹੀਂ ਕਰਦਾ, ਯੂਰੀਆ ਜ਼ਿਆਦਾ ਬਣਨਾ ਸ਼ੁਰੂ ਹੋ ਜਾਂਦਾ ਹੈ ਤੇ ਯੂਰੀਆ ਜਿਹੜਾ ਹੁੰਦਾ ਹੈ ਉਹਦੀ ਜ਼ਿਆਦਾ ਮਿਕਦਾਰ ਜਿਹੜੀ ਹੈ ਉਹ ਯੂਰਿਕ ਐਸਿਡ ਦੇ ਕ੍ਰਿਸਟਲ ਬਣ ਕੇ ਜੋੜਾਂ ਦੇ ਵਿੱਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦੇ ਨੇ। ਅੱਛਾ, ਐਸੇ ਲੋਕ ਜਿਨ੍ਹਾਂ ਨੂੰ ਕਬਜ਼ ਜ਼ਿਆਦਾ ਰਹਿੰਦੀ, ਦਾਇਮੀ ਕਬਜ਼, ਕਿਉਂਕਿ ਅੰਤੜੀਆਂ ਜਿਹੜੀਆਂ ਨੇ ਉਹਨਾਂ ਦੀ ਅੱਛੀ ਕਾਰਗਰਦਗੀ ਜਿਹੜੀ ਹੈ ਉਹ ਜਿਸਮ ਨੂੰ 80% ਤੰਦਰੁਸਤ ਰੱਖਦੀ ਹੈ। 80% 80% ਤੱਕ ਜਿਸਮ ਦੀ ਤੰਦਰੁਸਤੀ ਦਾ ਦਾਰੋਮਦਾਰ ਅੰਤੜੀਆਂ ਦੀ ਕਾਰਗਰਦਗੀ ਤੇ ਹੈ। ਜਦੋਂ ਤੁਹਾਡੀਆਂ ਅੰਤੜੀਆਂ ਸਹੀ ਅਜ਼ਾ ਨੂੰ ਖੂਨ ਦੇ ਵਿੱਚ ਸ਼ਾਮਲ ਨਹੀਂ ਕਰਦੀਆਂ ਜਜ਼ਬ ਕਰਕੇ, ਗੰਦੇ ਅਜ਼ਾ ਵੀ ਖੂਨ 'ਚ ਸ਼ਾਮਲ ਹੋਣਾ ਸ਼ੁਰੂ ਹੋ ਜਾਂਦੇ ਨੇ। ਉਹ ਖੂਨ ਨੂੰ ਮੁਤਾਫਨ ਕਰ ਛੱਡਦੇ ਨੇ। ਖੂਨ ਦੇ ਅੰਦਰ ਗੰਦਗੀ ਪੈਦਾ ਹੋ ਜਾਂਦੀ ਹੈ ਔਰ ਉਹ ਗੰਦੇ ਅਜ਼ਾ ਜਿਹੜੇ ਨੇ ਉਹ ਤੁਹਾਡੇ ਜੋੜਾਂ ਦੇ ਵਿੱਚ। ਅੱਛਾ, ਜੋੜ ਜਿਹੜੇ ਸਾਡੇ ਨੇ ਇਹਨਾਂ ਦੇ ਅੰਦਰ ਇੱਕ ਖਾਸ ਕਿਸਮ ਦੀ ਅੱਲਾਹ ਤਾਲਾ ਨੇ ਲੁਬਰੀਕੇਸ਼ਨ ਪਾਈ ਹੈ। ਤੁਸੀਂ ਦੇਖਿਆ ਜਿਹਨੂੰ ਅਸੀਂ ਮਿਕ ਕਹਿੰਦੇ ਹਾਂ, ਮਿਕ, ਇਹਨਾਂ ਦਾ ਹਰਕਤ ਹੁੰਦੀ ਹੈ। ਜਦੋਂ ਉਹ ਮਿਕ ਖੁਸ਼ਕ ਹੋਣਾ ਸ਼ੁਰੂ ਹੁੰਦੀ ਹੈ ਜਾਂ ਉਹਦੇ ਅੰਦਰ ਗੰਦਗੀ ਆ ਜਾਂਦੀ ਹੈ ਤੇ ਫਿਰ ਕੀ ਹੁੰਦਾ, ਉਹ ਝਿੱਲੀਆਂ ਖੁਸ਼ਕ ਹੋ ਜਾਂਦੀਆਂ ਨੇ। ਜੋੜਾਂ ਦੀ ਮੂਵਮੈਂਟ, ਜੋੜਾਂ ਦੀ ਹਰਕਤ ਜਿਹੜੀ ਹੈ ਦਰਦ ਸ਼ੁਰੂ ਹੁੰਦੀ ਹੈ, ਉਹ ਖਰਾਬ ਹੋ ਜਾਂਦੀ ਹੈ। ਤਹਿਕੀਕ ਦੇਖੀਏ ਹਕੀਮ ਸਾਹਿਬ ਦੀ,